ਸਤਿਕਾਰਯੋਗ ਸਾਥੀਓ, ਮੈਂ ਹਰਵਿੰਦਰ ਸਿੰਘ ਰੱਜੋਵਾਲ ਆਪ ਸਾਰਿਆਂ ਦੇ ਨਾਲ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਬਹੁਤ ਸਾਰੇ ਦੋਸਤ ਚਰਚਾ ਕਰਦੇ ਕਰਦੇ ਸਵਾਲ ਕਰ ਦਿੰਦੇ ਹਨ, ਜਿਵੇਂ ਕਿ ਸਭ ਜਾਣਦੇ ਹਨ ਕਿ ਸਾਡੇ ਸਮਾਜ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਸਾਰੇ ਲੋਕਾਂ ਨੂੰ ਪੜ੍ਹਨ ਲਿਖਣ ਦੇ ਸਿੱਖਣ ਦੇ ਇੱਕੋ ਜਿਹੇ ਅਧਿਕਾਰ ਨਹੀਂ ਸੀ, ਜਿਸ ਦਾ ਸਭ ਤੋਂ ਵੱਡਾ ਕਾਰਨ ਕਿ ਇੱਥੇ ਵਰਨ ਵਿਵਸਥਾ ਜਿਹੜੀ ਉਹ ਲਾਗੂ ਕੀਤੀ ਗਈ ਸੀ। ਵਰਨ ਵਿਵਸਥਾ ਦੇ ਵਿੱਚ ਕੇਵਲ ਤੇ ਕੇਵਲ ਇੱਕ ਪਹਿਲਾ ਵਰਨ, ਜਿਸ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ, ਉਸ ਨੂੰ ਹੀ ਪੜ੍ਹਨ ਦਾ ਅਧਿਕਾਰ ਸੀ। ਉਸ ਤੋਂ ਦੂਜੇ ਵਰਨ ਨੂੰ ਰਾਜ ਸੱਤਾ, ਜਿਸ ਤਰ੍ਹਾਂ ਪਹਿਲਾ ਵਰਨ ਕਹਿੰਦਾ ਸੀ ਉਸ ਤਰ੍ਹਾਂ ਹੀ ਉਹਨਾਂ ਨੂੰ ਉਨੇ ਕੀ ਅਧਿਕਾਰ, ਉਨੇ ਕੀ ਸਿੱਖਿਆ ਉਹ ਲੈਂਦਾ ਸੀ, ਉਨੇ ਕੀ ਉਹ ਕੰਮ ਕਰਦਾ ਸੀ। ਸੋ ਸਾਰੇ ਹੀ ਵਿਸਤਾਰ ਨਾਲ ਜਾਣਦੇ ਹਨ, ਪਰ ਆਪਾਂ ਜਿਹੜੀ ਅੱਜ ਗੱਲ ਕਰਾਂਗੇ ਉਹ ਇਸ ਤਰ੍ਹਾਂ ਦੀ ਗੱਲ ਕਰਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ, ਬਹੁਤ ਸਾਰੇ ਨੌਜਵਾਨ ਇਸ ਗੱਲ 'ਤੇ ਜ਼ਿਆਦਾ ਰੁਚੀ ਲੈਂਦੇ ਹਨ ਕਿ ਭਾਰਤ ਦੇ ਅੱਜ ਦੇ ਜੋ ਰਾਜਨੀਤਿਕ ਸਿਸਟਮ ਹਨ, ਜਾਂ ਜਿਸ ਤਰ੍ਹਾਂ ਕਿ ਸੱਤਾ ਸਰਕਾਰ ਸੈਂਟਰ ਦੇ ਵਿੱਚ ਭਾਰਤ ਨੂੰ ਚਲਾਉਂਦੀ ਹੈ, ਉਹ ਜ਼ਿਆਦਾ ਲੋਕਾਂ ਦੇ ਹਿੱਤ ਵਿੱਚ ਨਹੀਂ। ਫਿਰ ਨੌਜਵਾਨ ਵਰਗ, ਜ਼ਿਆਦਾ ਕਿ ਉੱਤਰੀ ਭਾਰਤ ਦੇ ਲੋਕ ਇਸ ਚੀਜ਼ ਨੂੰ ਸਮਝਦੇ ਹਨ ਅਤੇ ਉਹਦੇ ਲਈ ਕੋਈ ਕ੍ਰਾਂਤੀਕਾਰੀ ਸੋਚ ਨੂੰ ਉਹਨਾਂ ਦੇ ਵਿੱਚ ਉਤਪੰਨ ਹੁੰਦੀ ਹੈ। ਭਾਰਤ ਦਾ ਇਤਿਹਾਸ ਜਾਣਦਾ, ਇਤਿਹਾਸ ਭਰਿਆ ਪਿਆ ਕਿ ਜਦੋਂ ਵੀ ਕੋਈ ਵਿਦੇਸ਼ੀ ਹਮਲਾਵਰ ਆਇਆ ਕਿ ਭਾਰਤ ਦੱਖਣ ਵਾਲੇ ਪਾਸਿਓਂ ਤਾਂ ਸਮੁੰਦਰ ਦੇ ਨਾਲ ਘਿਰਿਆ ਹੋਇਆ ਹੈ, ਉੱਤਰ ਵਾਲੇ ਪਾਸੇ ਹਿਮਾਲਿਆ ਪਰਬਤ ਪੈਂਦਾ ਹੈ, ਜਿੱਧਰੋਂ ਕਿ ਬਹੁਤੇ ਹਮਲੇ ਨਹੀਂ ਹੋਏ। ਜ਼ਿਆਦਾ ਹਮਲੇ ਉੱਤਰ ਪੱਛਮੀ ਦਿਸ਼ਾ ਤੋਂ ਹੋਏ, ਜਿੱਥੇ ਕਿ ਮੁੱਖ ਪੰਜਾਬ ਪੈਂਦਾ ਹੈ। ਪੰਜਾਬ ਬਹੁਤ ਵੱਡਾ ਇੱਕ ਦਲੇਰਾਂ ਦੀ ਕੌਮ ਸੀ ਕਿ ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚੋਂ ਬੰਦਾ ਗੁਜ਼ਰਦਾ ਹੈ, ਲੋਕ ਗੁਜ਼ਰਦੇ ਹਨ, ਉਹੋ ਜਿਹੇ ਉਹਨਾਂ ਦੇ ਸੁਭਾਅ ਬਣ ਜਾਂਦੇ ਹਨ। ਇਸੇ ਤਰ੍ਹਾਂ ਜ਼ਿਆਦਾ ਹਮਲੇ ਪੰਜਾਬ ਵਿੱਚ ਦੀ ਹੋਣ ਕਰਕੇ ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਬਹਾਦਰ ਯੋਧੇ, ਸੱਚੇ ਅਣਖੀ ਉਹ ਰਹੇ ਹਨ। ਇੱਥੇ ਉੱਤਰੀ ਭਾਰਤ ਦੇ ਵਿੱਚੋਂ ਜਦੋਂ ਵੀ ਕੋਈ ਰੈਵੋਲਿਊਸ਼ਨ ਆਇਆ ਜਾਂ ਕੋਈ ਸੰਘਰਸ਼ ਸ਼ੁਰੂ ਹੋਇਆ, ਉੱਤਰੀ ਭਾਰਤ ਦੇ ਵਿੱਚ ਸ਼ੁਰੂ ਹੋਇਆ। ਭਾਰਤ ਜਦੋਂ ਵੀ ਗੁਲਾਮ ਹੋਇਆ, ਉਹ ਦੱਖਣ ਵਾਲੇ ਪਾਸਿਓਂ ਸਮੁੰਦਰ ਦੇ ਰਾਹੀਂ ਜੋ ਹਮਲਾਵਰ ਆਏ, ਉਹ ਸਮੁੰਦਰੀ ਤੱਟ, ਜਿਸ ਨੂੰ ਗੁਜਰਾਤ ਏਰੀਆ ਕਹਿੰਦੇ ਹਨ, ਕੱਛ ਏਰੀਆ ਕਹਿੰਦੇ ਹਨ, ਜਦੋਂ ਉੱਧਰ ਦੀ ਆਏ, ਉੱਧਰ ਕੋਈ ਬਹੁਤਾ ਵਿਰੋਧ ਇਤਿਹਾਸ ਵਿੱਚ ਕੋਈ ਐਸਾ ਪੰਨਾ ਨਹੀਂ ਮਿਲਦਾ ਕਿ ਗੁਜਰਾਤੀਆਂ ਨੇ ਵਿਦੇਸ਼ੀਆਂ ਦੇ ਨਾਲ ਕੋਈ ਯੁੱਧ ਹਮਲਾ ਜਾਂ ਮੁਕਾਬਲਾ ਕੀਤਾ ਹੋਵੇ। ਉਹ ਜੋ ਗੁਜਰਾਤੀ ਵਪਾਰੀ ਸੀ, ਉਹਨਾਂ ਦਾ ਜੋ ਸੋਚ ਹੈ ਨਾ, ਵਪਾਰੀ ਕਿਸਮ ਦੀ ਸੋਚ ਹੈ। ਉੱਥੇ ਦੇ ਰਾਜੇ ਰਜਵਾੜੇ, ਜੋ ਉਸ ਏਰੀਏ ਦੇ ਰਾਜੇ ਸੀ, ਉਹਨਾਂ ਨੇ ਹਮਲਾਵਰਾਂ ਦੇ ਨਾਲ ਸਮਝੌਤੇ ਕੀਤੇ ਕਿ ਤੁਸੀਂ ਦਿੱਲੀ ਦੇ ਉੱਤੇ ਰਾਜ ਕਰ ਲਓ, ਸਾਨੂੰ ਸਾਡਾ ਜੋ ਇੱਥੇ ਰਾਜ ਸੱਤਾ ਹੈ ਉਹ ਬਣੀ ਰਹਿਣ ਦਿਓ। ਇਸੇ ਕਰਕੇ ਰਾਜਸਥਾਨ, ਗੁਜਰਾਤ, ਇੱਥੇ ਦੇ ਜੋ ਰਜਵਾੜੇ ਸੀ, ਉਹ ਅੱਜ ਵੀ ਆਪਣੀ ਆਲੀਸ਼ਾਨ ਜ਼ਿੰਦਗੀ ਜੀ ਰਹੇ ਹਨ। ਕਿਸੇ ਵੀ ਹਮਲਾਵਰ ਨੇ ਬਹੁਤਾ ਉਹਨਾਂ ਦਾ ਵਿਰੋਧ ਨਹੀਂ ਕੀਤਾ।
ਕਾਰਨ ਕਿ ਜਦੋਂ ਵੀ ਹਮਲਾਵਰ ਬਾਹਰੋਂ ਆਉਂਦਾ ਸੀ, ਉਹ ਆਪਣੀ ਵਫਾਦਾਰੀ ਦਾ ਇਮਤਿਹਾਨ ਉਹਨਾਂ ਤੋਂ ਲੈਂਦਾ ਸੀ, ਰਜਵਾੜਿਆਂ ਤੋਂ। ਸਭ ਤੋਂ ਵੱਡੀ ਜੋ ਵਫਾਦਾਰੀ ਸੀ, ਕੋ ਧਰਤੀ ਤਾਂ ਭਾਰਤ ਦੀ ਸੀ, ਉਹ ਤਾਂ ਉਹਨਾਂ ਨੇ ਕਬਜ਼ਾ ਕਰ ਹੀ ਲਿਆ ਹੁੰਦਾ ਸੀ ਕਿ ਜੋ ਉਹਨਾਂ ਨੇ ਸਾਨੂੰ ਇੱਥੋਂ ਦੇ ਰਾਜਿਆਂ ਨੂੰ ਛੋਟੀਆਂ ਛੋਟੀਆਂ ਰਿਆਸਤਾਂ ਦੇਣੀਆਂ ਹੁੰਦੀਆਂ ਸੀ, ਬਖਸ਼ਿਸ਼ ਦੇਣੀ ਹੁੰਦੀ ਸੀ। ਉਹਦੇ ਲਈ ਬਹੁਤ ਵੱਡਾ ਇਮਤਿਹਾਨ ਲੈਂਦੇ ਸੀ ਉਹ ਕਿ ਉਹਨਾਂ ਦੀਆਂ ਕੁੜੀਆਂ, ਉਹਨਾਂ ਦੀਆਂ ਬੇਟੀਆਂ, ਰਿਆਸਤਾਂ ਵਾਲਿਆਂ ਦੀਆਂ, ਉਹ ਰਾਜਾ ਗਿਫਟ ਵਿੱਚ ਲੈਂਦਾ ਸੀ, ਉਹਨੂੰ ਆਪਣੀ ਰਾਣੀ ਬਣਾ ਕੇ ਰੱਖਦਾ ਸੀ ਕਿ ਕੋਈ ਸਦਾ ਲਈ, ਜਿਸ ਦੀ ਧੀ ਰਾਜੇ ਦੇ ਘਰ ਚਲੇ ਜਾਵੇ, ਉਹ ਸਦਾ ਲਈ ਵਫਾਦਾਰ ਹੋ ਜਾਂਦਾ। ਫਿਰ ਜਿਸ ਤਰ੍ਹਾਂ ਕੇਂਦਰ ਦੇ ਵਿੱਚ ਬੈਠਾ ਰਾਜਾ, ਚਾਹੇ ਮੁਗਲ ਸੀ ਜਾਂ ਹੋਰ ਘਰਾਣੇ ਆਏ, ਉਹ ਜਿੱਦਾਂ ਕਹਿੰਦਾ ਸੀ ਉੱਦਾਂ ਹੀ ਉਹ ਰਿਆਸਤਾਂ ਚੱਲਦੀਆਂ ਸੀ, ਜਾਂ ਰਿਆਸਤਾਂ ਵਾਲੇ ਜਿੱਦਾਂ ਕਹਿੰਦੇ ਸੀ ਉੱਦਾਂ ਹੀ ਉਹ ਸਮਰਾਟ, ਜੋ ਮੁਗਲ ਸਮਰਾਟ ਹੋਣ ਚਾਹੇ ਹੋਰ ਵੀ ਸਮਰਾਟ ਹੋਣ, ਉਸ ਤਰ੍ਹਾਂ ਚੱਲਦੇ ਹੁੰਦੇ ਸੀ। ਲੇਕਿਨ ਪੰਜਾਬੀ ਇਹ ਯੋਧੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਹੁੰਦੀਆਂ ਸੀ, ਹਮਲੇ ਕੀਤੇ ਹੁੰਦੇ ਸੀ, ਹਮਲਿਆਂ ਨੂੰ ਮੋੜਿਆ ਹੁੰਦਾ ਸੀ, ਉਹਨਾਂ ਦੇ ਅੰਦਰ ਅਣਖ ਜਾਗਦੀ ਹੁੰਦੀ ਸੀ ਕਿਤੇ ਨਾ ਕਿਤੇ ਵੀ ਸਾਡੇ ਨਾਲ ਜੋ ਭਾਰਤ ਦੇ ਹਿੱਤ ਆ ਉਹ ਸੁਰੱਖਿਅਤ ਨਹੀਂ। ਸਮਝੌਤਾਵਾਦੀ ਕਦੇ ਵੀ ਲੋਕ ਆਪਣੇ ਦੇਸ਼ ਦੇ ਹਿੱਤ ਨਹੀਂ ਸੋਚਦੇ। ਸੋ ਜਦੋਂ ਵੀ ਭਾਰਤ ਦੇ ਵਿੱਚ ਅਸਲੀ ਆਜ਼ਾਦੀ ਦੀ ਲੜਾਈ ਚੱਲੀ ਕੋਈ ਵੀ, ਉਹ ਸਾਡੇ ਉੱਤਰੀ ਭਾਰਤ ਤੋਂ, ਖਾਸ ਕਰਕੇ ਪੰਜਾਬ ਤੋਂ ਚੱਲੀ। ਦੂਜੇ ਪਾਸੇ ਅਣਖੀ ਲੋਕ ਬੰਗਾਲ ਵਾਲੇ ਪਾਸੇ ਵੀ ਕਾਫੀ ਲੋਕ ਪੜ੍ਹੇ ਲਿਖੇ ਸੀ, ਉਹ ਅੰਗਰੇਜ਼ਾਂ ਦੇ ਟਾਈਮ ਪੜ੍ਹੇ, ਉਹਨਾਂ ਨੇ ਵੀ ਆਜ਼ਾਦੀ ਦੇ ਟਾਈਮ ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ। ਪੱਛਮੀ ਬੰਗਾਲ, ਜਦ ਪੂਰਾ ਬੰਗਾਲ ਜੋ ਹੁਣ ਬੰਗਲਾਦੇਸ਼ ਬਣਿਆ, ਪੂਰਾ ਬੰਗਾਲ ਨਾਲ ਉੱਤਰ ਪ੍ਰਦੇਸ਼, ਪੰਜਾਬ ਤੋਂ ਹੁੰਦਾ ਹੈ ਲਾਹੌਰ, ਪੂਰਾ ਪਾਕਿਸਤਾਨ, ਇਹ ਵੀ ਪੂਰਾ ਪੰਜਾਬ ਸੀ। ਇਹ ਸਾਰਾ ਹੀ ਅਣਖੀ ਯੋਧਿਆਂ ਦੀ ਧਰਤੀ ਸੀ। ਜਦੋਂ ਮੁਗਲ ਆਏ ਤਾਂ ਉਹਨਾਂ ਨੇ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕੀਤਾ। ਕੋਈ ਵੀ ਰਾਜਾ ਆਉਂਦਾ ਉਹ ਆਪਣੇ ਧਰਮ ਦਾ ਪ੍ਰਚਾਰ ਕਰਦਾ, ਜਿਨ੍ਹਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਅਪਣਾਇਆ। ਜਿਵੇਂ ਕਿ ਹੁਣ ਈਸਾਈ ਮਤ ਦਾ ਪ੍ਰਚਾਰ ਕਰਦੇ ਹਨ। ਅਸੀਂ ਦੇਖਦੇ ਹਾਂ ਈਸਾਈ ਕੋਈ ਵੀ ਪ੍ਰਚਾਰਕ ਧੱਕਾ ਤਾਂ ਨਹੀਂ ਕਰਦਾ, ਉਹ ਪ੍ਰਚਾਰ ਹੀ ਇਸ ਤਰੀਕੇ ਨਾਲ ਕਰਦਾ ਕਿ ਸਾਡੇ ਜੋ ਪਛੜਾ ਵਰਗ ਹੈ ਉਹ ਇਹ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹ ਧਰਮ ਨੂੰ ਅਪਣਾ ਲੈਂਦੇ ਆ। ਬਹੁਤ ਸਾਰੇ ਵਹਿਮਾਂ ਭਰਮਾਂ ਚੋਂ ਵੀ ਨਿਕਲ ਜਾਂਦੇ ਆ, ਕੁਛ ਪੈ ਵੀ ਜਾਂਦੇ ਆ, ਤੇ ਸੋਝੀ ਹੈ ਨਹੀਂ ਇਹ ਵੀ ਕਹਿ ਸਕਦੇ ਹਾਂ। ਪਰ ਸੁੱਖ ਸਹੂਲਤਾਂ, ਥੋੜ੍ਹਾ ਜਿਹਾ ਆਰਾਮਦਾਰੀ ਦੀ ਜ਼ਿੰਦਗੀ ਉਹ ਜੀਣ ਕਰਕੇ ਲੋਕ ਦੂਸਰੇ ਧਰਮਾਂ ਵਿੱਚ ਜਾਂਦੇ ਹਨ। ਕੋਈ ਧੱਕਾ ਤਾਂ ਨਹੀਂ ਕਰਦਾ, ਕਿਉਂਕਿ ਪੂਰੇ ਵਰਲਡ ਦੇ ਵਿੱਚ ਇੱਕ ਸਿਧਾਂਤ ਹੈ ਵੀ ਕੋਈ ਵੀ ਬੰਦਾ ਕੋਈ ਵੀ ਧਰਮ ਅਪਣਾ ਸਕਦਾ, ਉਹਦੇ ਨਿੱਜੀ ਅਧਿਕਾਰ, ਆਪਾਂ ਇੱਥੇ ਕਿੰਤੂ ਪਰੰਤੂ ਕਰ ਨਹੀਂ ਸਕਦੇ। ਫਿਰ ਵੀ ਜੋ ਚਾਲਾਂ ਚੱਲੀਆਂ ਗਈਆਂ, ਰਾਜਨੀਤਿਕ ਚਾਲਾਂ, ਅੰਗਰੇਜ਼ਾਂ ਨਾਲ ਮਿਲ ਕੇ ਚਾਹੇ ਮੁਗਲਾਂ ਨਾਲ ਮਿਲ ਕੇ, ਉਹ ਚੱਲੀਆਂ ਗਈਆਂ ਕਿ ਭਾਰਤ ਦਾ ਅਣਖੀ ਸੂਬੇ ਜੋ ਸੀਗੇ, ਅਣਖੀ ਲੋਕ ਸੀ, ਉਹਨਾਂ ਦੇ ਵਿੱਚ ਫੁੱਟ ਪਾ ਕੇ ਇੱਕ ਵੱਡੀ ਰਾਜਨੀਤਿਕ ਸੱਤਾ ਸਥਾਪਿਤ ਕਰਨੀ ਭਾਰਤ ਦੇ ਵਿੱਚ, ਉਹ ਸਫਲ ਹੋਈ। ਉਹ ਇਸ ਤਰ੍ਹਾਂ ਸਫਲ ਹੋਈ ਕਿ ਪੰਜਾਬ ਨੂੰ ਦੋ ਫੜ ਕਰ ਦਿੱਤਾ। ਪੰਜਾਬ ਦੇ ਜੋ ਸਾਡੇ ਹੀ ਭਰਾ ਮੁਗਲਾਂ ਦੇ ਟਾਈਮ ਮੁਸਲਮਾਨ ਬਣੇ ਸੀ, ਉਹ ਪਾਕਿਸਤਾਨ ਵਾਲੇ ਪਾਸੇ ਨੂੰ ਕੱਢ ਕੇ ਪੰਜਾਬ ਅੱਧੇ ਨੂੰ ਵੀ ਅੱਧਾ ਕਰ ਦਿੱਤਾ। ਦੂਜੇ ਪਾਸੇ ਜੋ ਬੰਗਾਲ ਦੇ ਲੋਕ, ਉੱਧਰਲੇ ਲੋਕ ਮੁਸਲਮਾਨ ਬਣੇ ਸੀ, ਉਹਨਾਂ ਨੂੰ ਬੰਗਲਾਦੇਸ਼ ਵਾਲੇ ਪਾਸੇ ਕੱਢ ਦਿੱਤਾ, ਤਾਂ ਕਿ ਜਿਹੜਾ ਮਨੂਵਾਦੀ ਸੋਚ ਜਿਨ੍ਹਾਂ ਨੇ ਵਰਣ ਵਿਵਸਥਾ ਲਾਗੂ ਕੀਤੀ ਸੀ, ਉਹ ਲੋਕਾਂ ਦੇ ਵਿੱਚ ਇਹ ਚਾਲ ਸੀ ਕਿ ਉਹਨਾਂ ਦੀ ਵਿਰੋਧਤਾ ਨਾ ਹੋਵੇ, ਵੀ ਭਾਰਤ ਨਿਰੋਲ ਇੱਕ ਉਹੀ ਮਨੂਵਾਦ ਵਰਣ ਵਿਵਸਥਾ ਵਾਲਾ ਦੇਸ਼ ਬਣ ਜਾਵੇ। ਲੇਕਿਨ ਭਾਰਤ ਜਿਹੜਾ ਹੈ ਉਹ ਵਰਣ ਵਿਵਸਥਾ ਲਾਗੂ ਕਰਨ ਵਾਲੇ ਸਿਰਫ 15% ਲੋਕ ਹਨ। 85% ਲੋਕ ਅਣਖੀ ਲੋਕ, ਜਿਨ੍ਹਾਂ ਨੇ ਆਪਣਾ ਧਰਮ, ਭਾਰਤੀ ਧਰਮ, ਉਹ ਨਹੀਂ ਛੱਡਿਆ, ਚਾਹੇ ਉਹ ਸਿੱਖਾਂ ਦੇ ਰੂਪ ਵਿੱਚ ਰਹੇ, ਕਿਉਂਕਿ ਸਿੱਖ ਨਿਰੋਲ ਭਾਰਤ ਦਾ ਧਰਮ ਹੈ। ਦੂਸਰਾ ਬੁੱਧ, ਜੈਨ, ਇਹ ਸਾਰੇ
ਭਾਰਤ ਦੇ ਧਰਮ ਆ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਆਪਣੇ ਧਰਮ ਦਾ ਪਤਾ ਨਹੀਂ ਸੀ, ਕਿ ਅਨਪੜ੍ਹਤਾ ਬਹੁਤ ਸੀ, ਉਹ ਵਿਚਾਰੇ ਸਭ ਤੋਂ ਜ਼ਿਆਦਾ ਦਬਾਏ, ਜਿੱਦਾਂ ਕਿ ਸਫਾਈ ਮਜ਼ਦੂਰ ਹੋ ਗਏ, ਚਮੜੇ ਵਾਲੇ ਕੰਮ ਵਾਲੇ ਹੋ ਗਏ। ਇਹ ਸਾਰੇ ਵੱਖ-ਵੱਖ ਬਹੁਤ ਸਾਰੀਆਂ ਮਜ਼ਦੂਰ ਜਾਤੀਆਂ ਦੇ ਵਿੱਚ ਵੰਡੇ ਹੋਏ। ਉਹ ਲੋਕਾਂ ਨੇ ਆਪਣਾ ਧਰਮ, ਕੋਈ ਬਾਹਰਲਾ ਧਰਮ ਨਹੀਂ ਅਪਣਾਇਆ, ਉਹ ਜਿਸ ਤਰ੍ਹਾਂ ਸੀਗੇ ਉਸ ਤਰ੍ਹਾਂ ਹੀ ਆਪਣਾ ਜ਼ਿੰਦਗੀ ਬਸਰ ਕਰਦੇ ਰਹੇ। ਲੇਕਿਨ ਅਣਖ ਉਹਨਾਂ ਦੇ ਵਿੱਚ ਅੱਜ ਵੀ ਕੁੱਟ-ਕੁੱਟ ਕੇ ਭਰੀ ਹੈ। ਘਾਟ ਸਿਰਫ ਤੇ ਘਾਟ ਇੱਕ ਹੈ ਕਿ ਉਹਨਾਂ ਨੂੰ ਉਹ ਸਿੱਖਿਆ ਨਹੀਂ ਮਿਲੀ ਜਿਹੜੀ ਸਿੱਖਿਆ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਸਾਡੇ ਜਿੰਨੇ ਵੀ ਆਜ਼ਾਦੀ ਘੁਲਾਟੀਏ ਹੋਏ ਆ, ਸਾਡੇ ਰਹਿਬਰ ਹੋਏ ਆ, ਉਹ ਸਾਰੇ ਹੀ ਵਿਦੇਸ਼ਾਂ ਦੇ ਵਿੱਚੋਂ ਪੜ੍ਹ ਕੇ ਆਏ, ਜਾਂ ਸਾਡੇ ਸਤਿਗੁਰੂ ਸਾਹਿਬਾਨ ਥੋੜ੍ਹਾ ਜਿਹਾ ਉਹਨਾਂ ਨੂੰ ਪੜ੍ਹਨ ਨੂੰ ਮਿਲਿਆ ਤੇ ਗਿਆਨ ਮਿਲਿਆ, ਤਾਂ ਉਹਨਾਂ ਨੇ ਉਹ ਗਿਆਨ ਦਾ ਢੰਡੋਰਾ ਸਾਰਿਆਂ ਲਈ ਪਿੱਟਿਆ ਵੀ ਸਾਰੇ ਲੋਕਾਂ ਨੂੰ ਬਰਾਬਰ ਦਾ ਗਿਆਨ ਹੋਣਾ ਚਾਹੀਦਾ, ਜਿੱਥੋਂ ਕਿ ਸਿੱਖ ਧਰਮ ਦਾ ਆਗਾਜ਼ ਹੋਇਆ। ਇਸੇ ਤਰ੍ਹਾਂ ਹੀ ਜੋ ਸਾਡੇ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਵੀ ਵਧੀਆ ਸਹੂਲਤਾਂ ਸਾਡੀ ਫੌਜ ਦਾ ਸੰਗਠਨ ਕੀਤਾ, ਏਕਾ ਕੀਤਾ, ਉਸ ਨੂੰ ਪੈਨਸ਼ਨਾਂ ਵੀ ਲਾਈਆਂ, ਉਹਨਾਂ ਨੂੰ ਚੰਗੀਆਂ ਤਨਖਾਹਾਂ ਵੀ ਲਾਈਆਂ। ਅਤੇ ਉਸ ਤੋਂ ਬਾਅਦ ਪੂਰੀ ਭਾਰਤ ਦੀ ਫੌਜ ਇੱਕ ਮੁੱਠ ਹੋਈ। ਔਰ ਦੂਸਰਾ ਸਕੂਲ, ਕਾਲਜ, ਯੂਨੀਵਰਸਿਟੀਆਂ ਉਹਨਾਂ ਨੇ ਜਿੰਨੀਆਂ ਕੁ ਸਥਾਪਿਤ ਹੋਈਆਂ ਉਹਨੇ ਕੀਤੀਆਂ, ਰੇਲਵੇ ਲਾਈਨਾਂ ਪਾਈਆਂ, ਸੜਕਾਂ ਬਣਾਈਆਂ। ਭਾਰਤ ਦੇ ਵਿੱਚ ਇੱਕ ਸਭ ਤੋਂ ਵੱਡੀ ਅੰਗਰੇਜ਼ ਕਰ ਗਏ, ਉਹਨਾਂ ਨੇ ਭਾਰਤੀ ਦੰਦਾਵਲੀ ਧਾਰਾ ਜਿਹੜੀ ਲਾਗੂ ਕੀਤੀ ਨਾ, ਉਹ ਕੋਈ ਜਾਤੀ ਵਿਸ਼ੇਸ਼ ਕਰਕੇ ਨਹੀਂ ਸੀ ਵੀ ਫਲਾਨੀ ਜਾਤੀ ਦਾ ਕੋਈ ਅਪਰਾਧ ਕਰੇ ਕਿ ਉਹਨੂੰ ਕੋਈ ਸਜ਼ਾ ਮਾਫ। ਸਾਰੇ ਹੀ ਮਨੁੱਖਤਾ ਲਈ ਇੱਕ ਜੋ ਜੁਰਮ ਕਰਦਾ ਉਹਦੇ ਲਈ ਸਜ਼ਾ ਦੀ ਵਿਵਸਥਾ ਕੀਤੀ। ਉਹ ਜਾਤੀ ਭਾਵਨਾ ਦੇ ਬਿਲਕੁਲ ਉਲਟ ਇੱਕ ਨਿਰੋਲ ਮਾਨਵਤਾ ਵਾਲੀ ਸੀ। ਅੱਜ ਵੀ ਉਹ ਲਾਗੂ ਹੈ ਸਾਡੇ ਭਾਰਤ ਦੇ ਵਿੱਚ, ਉਹ ਬਹੁਤ ਵਧੀਆ ਸੀ। ਲੇਕਿਨ ਜਿਹੜੇ ਮੇਨ ਸਾਡੇ ਵਿੱਚ ਬਹੁਤ ਵੱਡਾ ਜਿਹੜਾ ਘਾਟਾ ਪਿਆ ਉਹ ਇਹ ਸੀ ਕਿ ਅਸੀਂ ਵੱਖ-ਵੱਖ ਧਰਮ, ਵੱਖ-ਵੱਖ ਜਾਤੀਆਂ ਦੇ ਵਿੱਚ ਬਦਲ ਕੇ ਜੋ ਸਾਡਾ ਪੰਜਾਬ ਦੀ ਜਾਂ ਬੰਗਾਲ ਦੀ ਧਰਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਸਾਡੇ ਹੀ ਭਰਾ ਸਾਡੇ ਤੋਂ ਵਿਛੜ ਗਏ। ਪੰਜਾਬ ਦਾ ਜੋ ਸਭ ਤੋਂ ਵੱਡਾ ਵਪਾਰ ਦਾ ਕੇਂਦਰ ਸੀ ਨਾ, ਉਹ ਲਾਹੌਰ ਸੀ। ਉਹ ਲਾਹੌਰ ਤੋਂ ਸਾਡੇ ਜਿਹੜੇ ਕੋਈ ਵੀ ਘਰ ਦਾ ਘਰੇਲੂ ਕਿੱਤੇ, ਸਾਡੇ ਕੱਪੜੇ ਦਾ ਹੋਇਆ, ਜੁੱਤੀਆਂ ਦਾ ਹੋਇਆ, ਜਾਂ ਸਾਡੀ ਖੇਤੀ ਦਾ ਹੋਇਆ, ਇਹ ਸਾਰੇ ਹੀ ਕਿੱਤੇ, ਜਾਂ ਪਸ਼ੂ ਪਾਲਣ ਦਾ ਹੋਇਆ, ਪਸ਼ੂਆਂ ਦਾ ਵਪਾਰ ਹੋਇਆ, ਇਹ ਸਾਰਾ ਲਾਹੌਰ ਤੋਂ ਚੱਲਦਾ ਹੁੰਦਾ ਸੀ। ਉੱਥੋਂ ਵਿਦੇਸ਼ਾਂ ਨਾਲ ਚੱਲਦਾ ਹੁੰਦਾ ਸੀ। ਉਸ ਨੂੰ ਖਤਮ ਕਰਕੇ ਸਾਡੇ ਤੋਂ ਸਦਾ ਲਈ ਲਾਹੌਰ ਖੋਹ ਕੇ ਇੱਕ ਛੋਟਾ ਜਿਹਾ ਪੰਜਾਬ ਬਣਾ ਕੇ ਸਾਨੂੰ ਜਿਹੜਾ ਗੁਜਰਾਤ ਦੇ ਜੈਪੁਰ ਦੇ ਅਧੀਨ ਸਾਨੂੰ ਕਰ ਦਿੱਤਾ। ਅੱਜ ਸਭ ਤੋਂ ਵੱਡਾ ਵਪਾਰ ਦਾ ਕੇਂਦਰ ਗੁਜਰਾਤ ਹੈ। ਅੱਜ ਸਾਡੇ 'ਤੇ ਜੋ ਗੁਜਰਾਤੀ ਵਪਾਰੀ ਜਿਹੜਾ ਹਾਈਵੇ ਹੋਇਆ ਨਾ, ਇਹ ਇਸੇ ਕਰਕੇ ਹੋਇਆ ਕਿ ਇਹ ਜਿਹੜੀ ਪਾਕਿਸਤਾਨ ਵੰਡ ਆ ਜਾਂ ਭਾਰਤ ਦੀ ਬੰਗਾਲ ਦੀ ਵੰਡ ਆ, ਇਹ ਸਾਰੇ ਹੀ ਗੁਜਰਾਤੀ ਬਾਬੂਆਂ ਦੀ ਮਿਹਰਬਾਨੀ ਕਰਕੇ ਹੋਈ ਆ, ਜਿਹਨੂੰ ਅਸੀਂ ਉਸ ਟਾਈਮ ਸਮਝ ਨਹੀਂ ਸਕੇ। ਅੱਜ ਸਾਡੇ ਕੋਈ ਭਰਾ ਸਾਡੇ ਸਵਾਲ ਕਰ ਦਿੰਦੇ ਆ ਕਿ ਪੰਜਾਬ ਦੇ ਲੋਕ ਜ਼ਿਆਦਾ ਖਾਲਿਸਤਾਨ ਦੀ ਮੰਗ ਕਰਦੇ ਹਨ। ਦੋਸਤੋ, ਖਾਲਿਸਤਾਨ ਦੀ ਮੰਗ ਰੱਖਣਾ ਅਤੇ ਉਹਨੂੰ ਸਮਝਣਾ, ਉਹ ਵੱਖਰੇ ਵੱਖਰੇ ਇੱਕ ਵਿਸ਼ੇ ਹਨ। ਜ਼ਿਆਦਾ ਕਿ ਸਾਡੇ ਸਤਿਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਜਿੱਥੇ ਤੱਕ ਗਏ, ਉੱਥੇ ਉੱਥੇ ਤੱਕ ਉਹ ਖਾਲਿਸਤਾਨ ਦੀ ਇੱਕ ਸਥਾਪਨਾ ਕਰਦੇ ਗਏ। ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿ ਸਾਨੂੰ ਇਕੱਲਾ ਪੰਜਾਬ ਦੇ ਵਿੱਚ ਛੋਟਾ ਜਿਹਾ ਖਾਲਿਸਤਾਨ ਨਹੀਂ ਚਾਹੀਦਾ, ਸਾਨੂੰ ਤਾਂ ਪੂਰਾ ਭਾਰਤ ਖਾਲਿਸਤਾਨ ਚਾਹੀਦਾ। ਗੁਰੂ ਰਵਿਦਾਸ ਜੀ ਮਹਾਰਾਜ ਨੇ ਕਿਹਾ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਉਹ ਬੇਗਮਪੁਰਾ ਪੂਰੇ ਭਾਰਤ ਨੂੰ ਕਹਿ ਗਏ ਕਿ ਉਹ ਬੇਗਮਪੁਰਾ, ਜਿੱਦਾਂ ਕਿ ਅਮਰੀਕਾ, ਕੈਨੇਡਾ, ਵੱਡੇ ਵੱਡੇ ਸ਼ਹਿਰ ਹਨ ਜਿੱਥੇ ਸਾਰਿਆਂ ਨੂੰ ਸਹੂਲਤਾਂ ਮਿਲਦੀਆਂ ਹਨ। ਉੱਥੇ ਬੱਚਾ ਜਨਮਦਾ ਹੈ ਅਤੇ ਮਰਨ ਤੱਕ ਕੋਈ ਸਹੂਲਤਾਂ ਜੋ ਸਾਰੀਆਂ ਸਰਕਾਰ ਨੇ ਜ਼ਿੰਮੇਵਾਰੀਆਂ ਲਈਆਂ ਹੋਈਆਂ, ਉਹਨਾਂ ਦੀ ਪੜ੍ਹਾਈ ਦੀ, ਉਹਨਾਂ ਦੀ ਲਿਖਾਈ ਦੀ, ਉਹਨਾਂ ਦੀ ਬੁਢਾਪਾ ਪੈਨਸ਼ਨ, ਬੱਚੇ ਦਾ ਪਰਵਰਿਸ਼, ਸਾਰੀਆਂ ਉਹਨਾਂ ਨੇ ਫੰਡ ਜਿਹੜੇ ਉਹ ਲਾਗੂ ਕੀਤੇ ਆ। ਪਰ ਭਾਰਤ ਦੇ ਵਿੱਚ ਕੁਦਰਤੀ ਸਾਧਨਾਂ ਦੇ ਉੱਤੇ ਕੰਪਨੀਆਂ ਦਾ ਕਬਜ਼ਾ ਹੈ, ਪਰ ਜਿਹੜੀ ਉਹਨਾਂ ਤੋਂ ਹੋਣ ਵਾਲੀ ਆਮਦਨ ਦਾ ਉਹ ਸਾਡੇ ਨਾਗਰਿਕਾਂ ਦਾ ਜੋ ਹਿੱਸਾ ਹੈ ਬਣਦਾ, ਉਹ ਸਾਨੂੰ ਦਿੱਤਾ ਹੀ ਨਹੀਂ ਜਾਂਦਾ। ਉਲਟਾ ਸਾਡੇ 'ਤੇ ਟੈਕਸ, ਸਾਨੂੰ ਸੜਕ 'ਤੇ ਲੰਘਣ ਦਾ ਟੈਕਸ, ਟੋਲ ਟੈਕਸ ਜਿਹਨੂੰ ਕਹਿੰਦੇ ਆਪਾਂ, ਹਰ ਤਰ੍ਹਾਂ ਦੇ ਸਾਡੇ 'ਤੇ ਟੈਕਸ ਲਾ ਦਿੱਤੇ, ਅਤੇ ਅਸੀਂ ਉਹ ਸਹਿਣ ਵੀ ਕਰੀ ਜਾਂਦੇ ਹਾਂ ਕਿਉਂਕਿ ਅਸੀਂ ਸਾਡੇ ਮਾਨਸਿਕ ਗੁਲਾਮੀ ਹੈ। ਅਸੀਂ ਸਾਨੂੰ ਇੱਕ ਹੋਰ ਲਾਇਆ ਹੋਇਆ ਨਾ, ਸਾਡੇ ਜੋ ਸਾਡੇ ਧਾਰਮਿਕ ਸਿਸਟਮ ਆ, ਸਾਨੂੰ ਕਹਿੰਦਾ ਵੀ ਤੁਸੀਂ ਜੋ ਤੁਹਾਡੀ ਹਾਲਤ ਆ ਇਹ ਪਿਛਲੇ ਜਨਮਾਂ ਦਾ ਫਲ ਹੈ, ਅਤੇ ਇਹ ਜਨਮ ਦੇ ਵਿੱਚ ਜੇ ਤੁਸੀਂ ਸਿਮਰਨ ਸਤਸੰਗ 'ਤੇ ਸਬਰ ਕਰਕੇ ਕੱਟ ਲਓਗੇ, ਤੁਹਾਡਾ ਅਗਲਾ ਜਿਹੜਾ ਜਨਮ ਆ ਉਹ ਸਹੀ ਹੋ ਜਾਊਗਾ। ਦੋਸਤੋ, ਇਹ ਧਾਰਨਾ ਸਾਡੇ ਮਨ ਵਿੱਚ ਵਸਾਈ ਜਾਂਦੀ ਹੈ। ਇਹ ਵੀ ਇੱਕ ਮਨੋਵਾਦ ਧਾਰਨਾ ਹੈ
ਇਸ ਨੂੰ ਵੀ ਅਸੀਂ ਜਿਹੜਾ ਨਕਾਰਨਾ ਹੈ। ਅਸੀਂ ਜੋ ਆਪਣੀ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ, ਸਵਰਗ ਬਣਾਉਣਾ ਹੈ, ਤਾਂ ਸਾਨੂੰ ਹੁਣ ਤੋਂ ਹੀ ਜਾਗਣਾ ਪਏਗਾ। ਅਸੀਂ ਜੋ ਕਿਸੇ ਵੀ ਦੇਸ਼ ਦੀ ਬੇਗਮਪੁਰਾ ਸ਼ਹਿਰ ਦੀ ਗੱਲ ਕਰਦੇ ਹਾਂ, ਜਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜਾਂ ਭਾਰਤ ਦੀ ਗੱਲ ਕਰਦੇ ਹਾਂ, ਇਹ ਅਸੀਂ ਪੂਰੇ ਭਾਰਤ ਨੂੰ ਬਣਾਉਣਾ ਹੈ। ਜੋ ਬਾਕੀ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹੈ ਕਿ ਭਾਰਤ ਦਾ ਨਾਂ ਸਾਡੇ ਸੰਵਿਧਾਨ ਦੇ ਵਿੱਚ ਜੋ ਦਰਜ ਹੈ ਉਹ ਇੱਕ ਭਾਰਤ, ਇੰਗਲਿਸ਼ ਵਿੱਚ ਇੰਡੀਆ। ਇਸ ਤੋਂ ਬਿਨਾਂ ਜੇ ਖਾਲਿਸਤਾਨ ਕਹਿਣਾ ਗੈਰ ਕਾਨੂੰਨੀ ਹੈ ਤਾਂ ਮੈਂ ਸਮਝਦਾ ਹਾਂ ਕਿ ਹਿੰਦੁਸਤਾਨ ਕਹਿਣਾ ਵੀ ਓਨਾ ਹੀ ਗੈਰ ਕਾਨੂੰਨੀ ਹੈ ਜਿੰਨਾ ਕਿ ਅਸੀਂ ਇਸ ਨੂੰ ਖਾਲਿਸਤਾਨ ਕਹਿੰਦੇ ਹਾਂ। ਸੋ ਦੋਸਤੋ, ਕੁਛ ਵੀ ਕਹੀਏ, ਭਾਰਤ ਨੂੰ ਅਸੀਂ ਵਧੀਆ ਦੇਸ਼ ਬਣਾਉਣਾ ਹੈ। ਜਿੱਦਾਂ ਕਿ ਅਸੀਂ ਇੱਕ ਘਰ ਦੇ ਦੁਕਾਨ ਦੇ 2 ਹਿੱਸੇ ਬਣਾਉਣੇ ਹੋਣ ਤਾਂ ਉਹ ਪਾਰਟੀਸ਼ਨ ਹੈ। ਦੁਕਾਨ ਨੂੰ ਸ਼ਿੰਗਾਰਨਾ ਹੋਵੇ ਤਾਂ ਉਹਦਾ ਕੋਈ ਹਿੱਸਾ ਕਰਨ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਭਾਰਤ ਨੂੰ ਅਸੀਂ ਰੁਸ਼ਨਾਉਣਾ ਹੈ। ਅਸੀਂ ਇਸ ਦੇ ਵਿੱਚੋਂ ਜੋ ਇਹਦੇ ਚੋਰ ਬੈਠੇ ਹਨ, ਉਹ ਚੋਰਾਂ ਨੂੰ ਫੜ ਕੇ ਅਸੀਂ ਪਹਿਚਾਨਣਾ ਹੈ, ਉਹਨਾਂ ਤੋਂ ਬਾਹਰ ਕੱਢਣਾ ਹੈ। ਅਸੀਂ ਆਪਣੀ ਦੁਕਾਨ ਦੇ ਉੱਤੇ ਆਪ ਕਬਜ਼ਾ ਕਰਨਾ ਹੈ। ਉਹ ਲੋਕਤੰਤਰੀ ਤਰੀਕੇ ਦੇ ਨਾਲ ਅਸੀਂ ਕਬਜ਼ਾ ਵੀ ਕਰਾਂਗੇ, ਵੋਟਾਂ ਦੇ ਨਾਲ ਕਬਜ਼ਾ ਕਰਾਂਗੇ। ਅਸੀਂ ਸੱਤਾ ਆਪਣੇ ਹੱਥਾਂ 'ਚ ਲੈ ਕੇ ਅਸੀਂ ਭਾਰਤ ਨੂੰ, ਪੂਰੇ ਭਾਰਤ ਨੂੰ ਬੇਗਮਪੁਰਾ ਅਤੇ ਖਾਲਿਸਤਾਨ ਜਾਂ ਹਿੰਦੁਸਤਾਨ ਜਾਂ ਭਾਰਤ ਹੀ ਰਹਿਣ ਦੀ। ਵੈਸੇ ਤਾਂ ਬਹੁਤ ਵਧੀਆ ਗੱਲ ਆ, ਸਾਡੇ ਸੰਵਿਧਾਨ ਦੇ ਵਿੱਚ ਭਾਰਤ ਤੇ ਇੰਡੀਆ ਲਿਖਿਆ ਹੈ ਕਿ ਇਹਨੂੰ ਜਿਹੜਾ ਮਰਜ਼ੀ ਨਾਂ ਲੈ ਕੇ ਕੋਈ ਬੰਦਾ, ਇੱਕ ਫੁੱਲ ਹੈ, ਉਸ ਨੂੰ ਜੇ ਕੋਈ ਮੈਂ ਸੋਹਣਾ ਕਹਿੰਦਾ ਹੈ ਤਾਂ ਉਹ ਹੈ ਹੀ ਸੋਹਣਾ। ਇਸ ਤਰ੍ਹਾਂ ਭਾਰਤ ਨੂੰ ਜੇ ਸੋਹਣਾ ਬਣਾਉਣਾ ਹੈ ਤਾਂ ਉਹਨੂੰ ਅਸੀਂ ਬਣਾਉਣਾ ਹੈ, ਲੇਕਿਨ ਅਸੀਂ ਪਾਰਟੀਸ਼ਨ ਦੇ ਹੱਕ ਦੇ ਵਿੱਚ ਨਹੀਂ ਹਾਂ। ਸੋ ਦੋਸਤੋ, ਸਾਰਿਆਂ ਨੂੰ ਇਹੀ ਦੁਆ ਹੈ, ਇਹੀ ਬੇਨਤੀ ਹੈ ਕਿ ਜੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਜਿੱਥੇ ਤੱਕ ਗਏ, ਸਾਨੂੰ ਚਾਹੀਦਾ ਹੈ, ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਾਨੂੰ ਕਿ ਉੱਥੇ ਤੱਕ ਉਸ ਇੱਕ ਬਾਬਾ ਨਾਨਕ ਦੀ ਸੋਚ ਵਾਲਾ ਇੱਕ ਜੋ ਦੇਸ਼ ਹੈ, ਉਹ ਧਰਤੀ ਹੈ, ਉਹ ਬਣ ਜਾਵੇ। ਇਹ ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਹਦੇ ਲਈ ਅਸੀਂ ਦੁਆ ਨਹੀਂ, ਅਸੀਂ ਬੰਦਗੀਆਂ ਅਰਦਾਸਾਂ ਨਹੀਂ, ਇਹਦੇ ਲਈ ਅਸੀਂ ਕੋਸ਼ਿਸ਼ਾਂ ਕਰਨੀਆਂ ਹਨ, ਅਸੀਂ ਯਤਨ ਕਰਨੇ ਹਨ। ਇਹ ਯਤਨ ਕਰਨੇ ਹੀ ਸਾਡੀ ਸਿੱਖੀ ਹੈ, ਯਤਨ ਕਰਨੇ ਹੀ ਸਾਡੀ ਭਾਰਤੀ ਸੱਭਿਅਤਾ ਦੀ ਨਿਸ਼ਾਨੀ ਬਣਨੀ ਚਾਹੀਦੀ ਹੈ। ਸੋ ਦੋਸਤੋ, ਅਸੀਂ ਸਾਰੇ ਇੱਕ ਹਾਂ। ਅੱਜ ਜੇ ਸੰਘਰਸ਼ ਦੇ ਵਿੱਚ ਅਸੀਂ ਜਾਗੇ ਹਾਂ, ਉਹ ਸੰਘਰਸ਼ ਦੇ ਵਿੱਚ ਵੀ ਅਸੀਂ ਸਾਥ ਦੇਣਾ, ਕਿਉਂਕਿ ਲੋਕ ਮੰਗਾਂ ਉਹ ਸਹੀ ਹੁੰਦੀਆਂ ਨੇ, ਲੋਕਾਂ ਦਾ ਜਨੂੰਨ ਹੁੰਦਾ ਹੈ, ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਇੱਕ ਜਾਗਰਤੀ ਦੇ ਨਾਲ। ਸਾਡੇ ਕਿਸਾਨ ਭਰਾ ਦਿੱਲੀ 'ਚ ਬੈਠੇ ਹਨ, ਉਹਨਾਂ ਦਾ ਵੀ ਅਸੀਂ ਪੂਰਨ ਸਮਰਥਨ ਕਰਦੇ ਹਾਂ। ਸੋ ਦੋਸਤੋ, ਆਪਾਂ ਆਓ ਆਪਣੇ ਭਾਰਤ ਨੂੰ ਇੱਕ ਐਸਾ ਦੇਸ਼ ਬਣਾਈਏ ਜਿਸ ਤਰ੍ਹਾਂ ਕਿ ਯੂਰਪ ਦੇ ਵਿੱਚ ਸਾਰੇ ਦੇਸ਼ ਬਣੇ ਹੋਏ ਆ, ਕੈਨੇਡਾ ਬਣਿਆ ਹੋਇਆ, ਅਮਰੀਕਾ ਬਣਿਆ ਹੋਇਆ, ਤਾਂ ਅਸੀਂ ਆਪਣੇ ਭਾਰਤ ਨੂੰ ਵੀ ਇਹੋ ਜਿਹਾ ਇੱਕ ਦੇਸ਼ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ।